Hello everyone, good morning. This is Chinu Sharma and welcome to Race Academy Official. So ਅੱਜ ਮੈਂ ਤੁਹਾਡੇ ਨਾਲ 22 ਜੁਲਾਈ 2021 ਦੇ important current affair discuss ਕਰਨ ਜਾ ਰਹੀ ਹਾਂ. And before starting with our current affairs, I want to share something really very important with you guys. So ਤੁਹਾਨੂੰ ਪਤਾ ਹੀ ਹੈ ਮੈਂ ਪਿਛਲੇ 2-3 ਦਿਨ ਤੋਂ already ਤੁਹਾਨੂੰ ਬਾਰ-ਬਾਰ ਇਸ ਚੀਜ਼ ਬਾਰੇ ਦੱਸਦੀ ਆ ਰਹੀ ਹਾਂ. ਸੋ ਅੱਜ ਲਾਸਟ ਡੇ ਹੈ ਰਜਿਸਟ੍ਰੇਸ਼ਨ ਦਾ ਪਟਵਾਰੀ ਲਾਈਵ ਟੈਸਟ ਲਈ. ਸੋ ਰੇਸ ਅਕੈਡਮੀ ਦੁਆਰਾ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ 24 ਜੁਲਾਈ ਨੂੰ ਪਟਵਾਰੀ ਦਾ ਲਾਈਵ ਟੈਸਟ ਕਰਵਾਇਆ ਜਾਊਗਾ ਤੇ ਇਹਦੀ ਰਜਿਸਟ੍ਰੇਸ਼ਨ 16 ਨੂੰ ਸਟਾਰਟ ਹੋ ਗਈ ਸੀ ਤੇ ਅੱਜ ਲਾਸਟ ਡੇ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦਾ. ਸੋ ਤੁਸੀਂ ਇਸ ਅਪੋਰਚੁਨਿਟੀ ਨੂੰ ਗ੍ਰੈਬ ਕਰੋ, ਜ਼ਿਆਦਾ ਤੋਂ ਜ਼ਿਆਦਾ ਬੱਚੇ ਪਾਰਟਿਸਿਪੇਟ ਕਰੋ ਐਂਡ ਆਪਣੇ ਆਪ ਨੂੰ ਰਜਿਸਟਰ ਕਰਵਾਓ. ਸੋ ਅੱਜ ਦਾ ਆਪਣਾ ਫਰਸਟ ਕਰੰਟ ਅਫੇਅਰ ਹੈ ਨੇਮ ਵਰਲਡਸ richest man who travels to space in his own rocket. ਕਹਿੰਦੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਜਿਹੜਾ ਰੀਸੈਂਟਲੀ ਆਪਣੇ ਖੁਦ ਦੇ ਰਾਕਟ ਦੇ ਵਿੱਚ ਸਪੇਸ ਵਿੱਚ ਜਾ ਕੇ ਆਇਆ ਉਹ ਕੌਣ ਹੈ? ਸੋ ਆਪਸ਼ਨ ਏ ਹੈ ਜੈਫ ਬੀਜ਼ੋਸ, ਬੀ ਬਿਲ ਗੇਟਸ, ਸੀ ਮੁਕੇਸ਼ ਅੰਬਾਨੀ ਜਾਂ ਫਿਰ ਡੀ ਮਾਰਕ ਜ਼ਕਰਬਰਗ. ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਏ ਜੈਫ ਬੀਜ਼ੋਸ. ਸੋ ਇਹ ਹੈ ਜੈਫ ਬੀਜ਼ੋਸ ਤੇ ਇਹ ਰੀਸੈਂਟਲੀ ਆਪਣੇ ਖੁਦ ਦੇ ਤਿਆਰ ਕੀਤੇ ਹੋਏ ਰਾਕਟ ਦੇ ਵਿੱਚ ਸਪੇਸ ਜਾ ਕੇ ਆਏ ਨੇ. ਇਹਨਾਂ ਦੀ ਪੂਰੀ ਟੀਮ ਸੀ ਜਿਹੜੀ ਇਹਨਾਂ ਦੇ ਨਾਲ ਗਈ ਸੀ ਤੇ ਇੰਟਰਸਟਿੰਗਲੀ ਜਿਹੜਾ ਇਹਨਾਂ ਦਾ ਬ੍ਰਦਰ ਹੈ ਉਹ ਵੀ ਨਾਲ ਗਿਆ ਸੀ ਇਸ ਮਿਸ਼ਨ ਉੱਤੇ. ਸੋ ਬਲੂ ਓਰੀਜਨਸ ਨਿਊ ਸ਼ੈਫਰਡ ਸਪੇਸਕ੍ਰਾਫਟ, ਤੁਹਾਡੇ ਲਈ ਨਾਮ ਯਾਦ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ. ਬਲੂ ਓਰੀਜਨ ਦਾ ਨਿਊ ਸ਼ੈਫਰਡ ਸਪੇਸਕ੍ਰਾਫਟ ਜਿਹਦੇ ਵਿੱਚ ਗਏ ਸੀ ਡਿਊਰਿੰਗ ਦਾ ਸਬ ਆਰਬਿਟਲ ਫਲਾਈਟ. ਸੋ ਇਹਨਾਂ ਦੇ ਨਾਲ ਕੌਣ-ਕੌਣ ਸੀ? ਜੈਫ ਬੀਜ਼ੋਸ ਦਾ ਸੀ, ਨਾਲ ਇਹਨਾਂ ਦੇ ਬ੍ਰਦਰ ਮਾਰਕ, ਵਾਲੀ ਫੰਕ, ਓਲਿਵ ਡੈਮਨ were inside the space capsule that blasted off the New Shepard from Blue Origins. So Blue Origin ਜਿਹੜਾ ਇਹਨਾਂ ਨੇ ਮਿਸ਼ਨ ਸਟਾਰਟ ਕੀਤਾ ਸੀਗਾ ਇਹਦੀ ਲਾਂਚ ਸਾਈਟ ਕਿੱਥੋਂ ਲਾਂਚ ਹੋਏ ਨੇ? ਵੈਸਟ ਟੈਕਸਸ ਡੈਜ਼ਰਟ ਤੋਂ. ਸੋ ਤੁਸੀਂ ਇਹ ਜਗ੍ਹਾ ਦਾ ਨਾਮ ਯਾਦ ਰੱਖਣਾ ਹੈ. ਸਭ ਤੋਂ ਇੰਪੋਰਟੈਂਟ ਬਲੂ ਓਰੀਜਨ ਨਿਊ ਸ਼ੈਫਰਡ ਸਪੇਸਕ੍ਰਾਫਟ ਜਿਹਦੇ ਵਿੱਚ ਬੈਠ ਕੇ ਜੈਫ ਬੀਜ਼ੋਸ 3 ਹੋਰ ਬੰਦਿਆਂ ਦੇ ਨਾਲ ਸਪੇਸ ਜਾ ਕੇ ਆਏ ਨੇ ਰੀਸੈਂਟਲੀ. ਸੋ ਸੈਕਿੰਡ ਹੈ which country has launched world's fastest ground vehicle? ਸੋ ਲੈਂਡ ਦੇ ਨਾਲ ਜੁੜਿਆ ਹੋਇਆ ਗਰਾਊਂਡ ਦੇ ਨਾਲ ਜੁੜਿਆ ਹੋਇਆ ਸਭ ਤੋਂ ਤੇਜ਼ ਵਹੀਕਲ ਕਿਹੜੀ ਕੰਟਰੀ ਨੇ ਲਾਂਚ ਕੀਤਾ ਰੀਸੈਂਟਲੀ? ਸੋ ਆਪਸ਼ਨ ਏ ਹੈ ਇੰਡੀਆ, ਬੀ ਜਾਪਾਨ, ਸੀ ਚਾਈਨਾ ਜਾਂ ਡੀ ਟਰਕੀ. ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਸੀ ਚਾਈਨਾ. ਸੋ ਤੁਸੀਂ ਦੇਖ ਸਕਦੇ ਹੋ ਇਹ ਹੈ ਇੱਕ ਟ੍ਰੇਨ ਜਿਹੜੀ ਕਿ ਗਰਾਊਂਡਡ ਹੈ. ਸੋ ਚਾਈਨਾ ਔਨ rolled out high-speed Magwell train. So ਇਹਦਾ ਨਾਮ ਹੈ Magwell train with a design top speed 600 km per hour. So ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ fast speed ਸੇ 600 km per ਘੰਟਾ stated to be world's fastest ground vehicle. So ਇਹ ਸਟਾਰਟਿੰਗ ਵਿੱਚ 2016 ਅਕਤੂਬਰ ਚ ਲਾਂਚ ਕੀਤੀ ਗਈ ਸੀ ਇਹ ਹਾਈ ਸਪੀਡ ਟ੍ਰੇਨ. ਪਰ ਬਾਅਦ ਵਿੱਚ ਇਹਦੇ ਵਿੱਚ ਕੁਝ ਡਿਜ਼ਾਈਨਸ ਦੀ ਕਮੀ ਸੀ, ਕੁਝ ਟੈਕਨੋਲੋਜੀ ਦੀ ਕਮੀ ਸੀ. ਸੋ 2019 ਵਿੱਚ ਪਹਿਲੀ ਵਾਰੀ ਇਹਦੇ ਵਿੱਚ ਜਿਹੜੀ 600 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਹੈ ਇਹਨੂੰ ਪਾਇਆ ਗਿਆ. ਫਿਰ ਜੂਨ 2020 ਚ ਇੱਕ ਟੈਸਟ ਕੀਤਾ ਗਿਆ ਸੀ, ਇਹਨੂੰ ਚਲਾ ਕੇ ਦੇਖਿਆ ਗਿਆ ਸੀ ਤੇ ਹੁਣ ਰੀਸੈਂਟਲੀ 2021 ਦੇ ਵਿੱਚ ਆ ਕੇ ਇਹਨੂੰ ਨਾਰਮਲ ਪੈਸੇਂਜਰਸ ਦੇ ਲਈ ਸਟਾਰਟ ਕੀਤਾ ਗਿਆ. ਸੋ ਆਪਾਂ ਨੇ ਯਾਦ ਰੱਖਣਾ ਹੈ ਕਿ ਕਿਹੜੀ ਟ੍ਰੇਨ? ਮੈਗਵੈਲ ਟ੍ਰੇਨ. ਕਿਹੜੀ ਕੰਟਰੀ ਦੀ? ਚਾਈਨਾ ਦੀ. ਸਭ ਤੋਂ ਜ਼ਿਆਦਾ ਦੁਨੀਆ ਦੀ ਗਰਾਊਂਡਡ ਵਹੀਕਲ ਦੇ ਵਿੱਚ ਫਾਸਟੈਸਟ ਹੈ 600 ਕਿਲੋਮੀਟਰ ਪਰ ਆਰ. ਸੋ ਆਪਣਾ ਥਰਡ ਕੁਐਸਚਨ ਹੈ ਹਾਊ ਮਚ ਅਮਾਉਂਟ ਹੈਜ਼ ਬੀਨ ਟ੍ਰਾਂਸਫਰਡ to 42 lakh ineligible farmer by center under PM Kisan scheme. ਜਿਹੜੀ ਆਪਣੀ ਇੰਡੀਆ ਲੈਵਲ ਦੀ ਪ੍ਰਾਈਮ ਮਿਨਿਸਟਰ ਕਿਸਾਨ ਸਮਾਨ ਨਿਧੀ ਯੋਜਨਾ ਹੈ ਜਿਹਦੇ ਅੰਦਰ ਕੁਝ ਇੰਸਟਾਲਮੈਂਟਸ ਦੇ ਥਰੂ ਪੈਸੇ ਦਿੱਤੇ ਜਾਂਦੇ ਨੇ ਫਾਰਮਰਸ ਨੂੰ. ਸੋ ਕਹਿੰਦੇ ਹੁਣੀ ਜਦੋਂ 9ਵੀਂ ਇੰਸਟਾਲਮੈਂਟ ਦੇਣ ਦਾ ਟਾਈਮ ਆਇਆ ਸੀ 9th ਇੰਸਟਾਲਮੈਂਟ ਦਾ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਆ ਗਈ. 42 ਲੱਖ ਫਾਰਮਰਸ ਨੂੰ ਗਲਤੀ ਦੇ ਨਾਲ ਜਿਹੜੇ ਇਨਐਲੀਜੀਬਲ ਸੀ ਸਕੀਮ ਦੇ ਅੰਦਰ ਨਹੀਂ ਆਉਂਦੇ ਸੀ ਉਹ ਜਿਹੇ ਫਾਰਮਰਸ ਨੂੰ ਪੈਸਾ ਭੇਜਿਆ ਗਿਆ ਇਸ ਸਕੀਮ ਦੇ ਅੰਦਰ. ਸੋ ਹੁਣ ਗੱਲ ਆ ਰਹੀ ਹੈ ਕਿ ਉਹ ਪੈਸਾ ਵਾਪਿਸ ਲਿਆ ਜਾਊਗਾ. ਸੋ ਕਿੰਨਾ ਟੋਟਲ ਪੈਸਾ ਜਿਹੜਾ ਗਲਤੀ ਨਾਲ ਭੇਜਿਆ ਗਿਆ? ਆਪਸ਼ਨ ਏ 4000 ਕਰੋੜ, ਬੀ 3000 ਕਰੋੜ, ਸੀ 2000 ਜਾਂ ਫਿਰ ਆਪਸ਼ਨ ਡੀ 1000 ਕਰੋੜ. ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਬੀ 3000 ਕਰੋੜ. ਸੋ ਮੈਕਸਿਮਮ ਜਿਹੜੇ ਬੈਨੀਫੀਸ਼ਰੀ ਸੀ ਜਿਨ੍ਹਾਂ ਨੂੰ ਗਲਤੀ ਨਾਲ ਪੈਸਾ ਭੇਜਿਆ ਗਿਆ ਸਭ ਤੋਂ ਜ਼ਿਆਦਾ ਉਹਦੇ ਵਿੱਚ ਨੰਬਰ 1 ਤੇ ਆਉਂਦੇ ਨੇ ਅਸਾਮ ਦੇ ਫਾਰਮਰ, ਫਿਰ ਤਾਮਿਲਨਾਡੂ ਦੇ, ਨੰਬਰ 3 ਤੇ ਪੰਜਾਬ.
सो नाल उरे अमाउंट भी लिखी हुई है, आपां ने बेसिकली पंजाब वाली अमाउंट याद रखनी है कि 437 करोड़ रुपया पंजाब दे फार्मर्स नू इस स्कीम दे अंदर गलती नाल चला गया, जो हुण वापस तो रिकवर करन दी गल हो रही है। सो हुण मैं तुहानू इस स्कीम बारे दस दिंदी हां डिटेल। आपां डिटेल क्यों पढ़ रहे हैं, क्योंकि जिहड़ी स्कीम है ये तुहानू इंडियाज करंट अफेयर, इकोनॉमी हैड किसी भी टाइप दे नाल एग्जाम दे विच देखण नू मिल सकती है। दिस स्कीम इज वन ऑफ द मोस्ट इंपॉर्टेंट स्कीम्स फ्रॉम सेंट्रल गवर्नमेंट। सो हुण आपां स्कीम बारे देख लैंदे हां। अंडर द स्कीम कितना पैसा ट्रांसफर कर दिया एक साल दे विच 6000 रुपया फार्मर्स दे अकाउंट्स दे विच, ते ये जिहड़ा 6000 रुपया ये 3 इंस्टॉलमेंट दिता जांदा है। 2-2000 रुपए दियां 3 इंस्टॉलमेंट हुंदियां ने, डायरैक्टली फार्मर्स दे खाते विच जांदा पैसा। सो उस तो बाद इस स्कीम लॉन्च कदों हुई, इहदी लॉन्चिंग डेट बहुत ज़्यादा इंपॉर्टेंट है, फरवरी 2019। सो उस तो बाद जिहड़ा 100% फंडिंग है, पूरा दा पूरा पैसा सेंटर दी सरकार तो आंदा, ते इहनूं लागू कौन करवाउंदा, ਜਿਹੜੀ अपनी एग्रीकल्चर ते फार्मर वैलफेयर दी मिनिस्ट्री है वो इस स्कीम नूं लागू करवाउंदी है। उस तो बाद मेन ऑब्जेक्टिव है कि ਜਿਹੜੇ भी छोटे लैवल ਦੇ फार्मर्स ने ਉਹਨਾਂ ਦੀ फाइनैंशियल तौर ਤੇ मदद ਕੀਤੀ ਜਾਵੇ, ਨਾਲ ਹੀ ਉਹਨਾਂ ਨੂੰ ਜਿਹੜੇ ਐਮਰਜੈਂਸੀ ਦੇ ਵਿੱਚ ਜ਼ਮੀਂਦਾਰਾਂ ਵਗੈਰਾ ਤੋਂ ਮਨੀ ਲੈਂਡਰਸ ਤੋਂ ਪੈਸਾ ਲੈਣਾ ਪੈਂਦਾ ਉਹ ਚੀਜ਼ਾਂ ਤੋਂ ਬਚਾਇਆ ਜਾ ਸਕੇ। ਸੋ ਇਹ ਮੇਨ ਸਕੀਮ ਹੈ, ਤੁਹਾਨੂੰ ਇਸ ਸਕੀਮ ਦੀ ਪੂਰੀ ਡਿਟੇਲ ਪਤਾ ਹੋਣੀ ਚਾਹੀਦੀ ਹੈ। So fourth is during the year 2017-19 how many cases have been registered under NDPS, ਜਿਹੜਾ ਆਪਣਾ ਨਾਰਕੋਟਿਕ ਡਰੱਗਸ ਬਿਊਰੋ ਦਾ ਇੱਕ ਐਕਟ ਪਾਸ ਹੋਇਆ ਹੋਇਆ ਹੈ, ਜਿਹਦੇ ਵਿੱਚ ਇਹ ਪਤਾ ਲੱਗਦਾ ਕਿ ਕਿਹੜੀ ਸਟੇਟ ਜਾਂ ਪੂਰੇ ਇੰਡੀਆ ਲੈਵਲ ਤੇ ਕੌਣ ਨਸ਼ੇ ਵੇਚ ਰਿਹਾ, ਕੀ ਕਰ ਰਿਹਾ, ਸਾਰੇ ਦੇ ਸਾਰੇ ਨਸ਼ੇ ਨੂੰ ਲੈ ਕੇ ਜੋ ਵੀ ਡਰੱਗਸ ਨੂੰ ਲੈ ਕੇ ਰੂਲਸ ਨੇ ਉਹ NDPS ਐਕਟ ਦੇ ਅੰਦਰ ਨੇ। ਸੋ ਕਹਿੰਦੇ ਹੁਣ ਆਪਾਂ ਨੂੰ ਪਤਾ ਹੈ ਕਿ ਮੌਨਸੂਨ ਸੈਸ਼ਨ ਚੱਲ ਰਿਹਾ, ਰਾਜ ਸਭਾ ਲੋਕ ਸਭਾ ਬਾਰ-ਬਾਰ ਸੈਸ਼ਨਸ ਚੱਲਦੇ ਨੇ ਡੇਲੀ ਬੇਸਿਸ ਤੇ। ਸੋ ਜੋ ਮਿਨਿਸਟਰਸ ਨੇ ਉਹ ਡੇਟਾ ਹੈ ਜਿਹੜਾ ਪਿਛਲੇ ਸਾਲਾਂ ਦਾ ਉਹ ਲੋਕ ਸਭਾ ਰਾਜ ਸਭਾ ਤੇ ਅੱਗੇ ਰੱਖਦੇ ਨੇ। ਸੋ ਹੁਣੀ NDPS ਐਕਟ ਨੂੰ ਲੈ ਕੇ ਇੱਕ ਡੇਟਾ ਸਾਹਮਣੇ ਆਇਆ ਹੈ, ਕਹਿੰਦੇ ਪਿਛਲੇ 3 ਸਾਲਾਂ ਦੀ ਜੇ ਗੱਲ ਕਰੀਏ ਆਪਾਂ 2019 ਤੇ ਉਦੋਂ ਪਹਿਲਾਂ ਦੇ 2 ਸਾਲਾਂ ਦੀ ਕਿੰਨੇ ਟੋਟਲ ਕੇਸ ਨੇ ਜਿਹੜੇ ਉਹ NDPS ਦੇ ਅੰਦਰ ਰਜਿਸਟਰ ਹੋਏ ਨੇ। So A ਹੋਏ ਨੇ, option A is the right answer here, 1.99 lakh। So narcotic control bureau ਨੇ total ਇੰਨੇ cases register ਕੀਤੇ ਨੇ drug trafficking ਨੂੰ ਲੈ ਕੇ, ਨਸ਼ਾ ਵੇਚਣ ਨੂੰ, ਨਸ਼ੇ ਦੀ ਤਸਕਰੀ ਨੂੰ ਲੈ ਕੇ। So maximum cases ਨੰਬਰ 1 ਤੇ ਮਹਾਰਾਸ਼ਟਰ ਦੇ ਨੇ, ਨੰਬਰ 2 ਤੇ ਪੰਜਾਬ ਦੇ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ drug trafficking ਦਾ ਕੰਮ ਹੈ ਉਹ ਪੰਜਾਬ ਦੇ ਵਿੱਚ ਚੱਲ ਰਿਹਾ। सो फिफ्थ इज रिलेटेड टू मंकी बी वायरस, जो इस टाइम बहुत ज़्यादा न्यूज़ चल रहा है। सो कहते तुसी दसना भी इन्हां दोनों स्टेटमेंट्स दे विचों किहड़ी स्टेटमेंट सही है मंकी बी वायरस नूं लैके। सो फर्स्ट है कि इहनूं मंकी फीवर भी कहा जाता है। दूजी स्टेटमेंट है कि हुण तक इहनूं बचाउण दे लई, इहदी इन्फैक्शन नूं बचाउण दे लई कोई भी वैक्सीन नहीं बनी। करंटली देयर आर नो वैक्सीन्स दैट कैन प्रोटेक्ट अगेंस्ट बी वायरस इन्फेक्शन। So only one, only two, both 1 and 2 या none of the above। So इन्हां दे विचों केड़ी स्टेटमेंट सही है? सो इन्हां विचों कल्ली दूजी स्टेटमेंट सही है। सो अपना आंसर होगा ऑप्शन बी। क्यों? क्योंकि मंकी फीवर मंकी बी वायरस वाली ए डिसीज नूं नहीं कहा जांदा, जेड़ी एक काइनासुर फॉरेस्ट डिसीज है। ਤੁਹਾਨੂੰ ਇਹ ਜਿਹੜੇ ਨਾਮ ਨੇ ਇਹ ਬਹੁਤ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਨੇ, क्योंकि ਜਦੋਂ भी इन्वायरमेंट चो क्वेश्चन बनते हैं या साइंस चो बनते हैं, बायोलॉजी चो, तो इदां दे ही डिसीज़ नाल रिलेटेड ही क्वेश्चन आते हैं। सो जिहड़ी काइसानूर फॉरेस्ट डिसीज है उहनूं मंकी फीवर कहा जाता है, ना कि मंकी बी वायरस वाली डिसीज नूं। सो पहली वारी जिहड़ा मंकी बी वायरस है इहनूं 1932 दे विच आइडेंटिफाई किया गया सी, ते कहंदे 2020 तक टोटल इहने सिर्फ 50 लोकां नूं ही इन्फैक्ट कीता है, ਜਿਹਦੇ ਵਿੱਚੋਂ 21 ਲੋਕਾਂ ਦੀ ਡੈਥ ਹੋਈ ਹੈ। ਸੋ ਜਿਹੜਾ ਇਹ ਬੀ ਵਾਇਰਸ ਹੈ ਇਹ ਸਿਰਫ ਜਿਹੜੇ 올ਡ ਵਰਲਡ ਮੰਕੀ ਨੇ ਹਰਪਿਸ ਵਾਇਰਸ ਉਹਨਾਂ ਦੇ ਵਿੱਚੋਂ ਹੀ ਟ੍ਰਾਂਸਮਿਟ ਹੁੰਦਾ ਹੈ ਹਿਊਮਨਸ ਦੇ ਵਿੱਚ, ਤੇ ਹੁਣ ਤੱਕ ਇਹਨੂੰ ਬਚਾਉਣ ਦੇ ਲਈ, ਇਹਦੀ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਵੀ ਵੈਕਸੀਨ ਨਹੀਂ ਬਣੀ। ਸੋ 6th is what is Artemis 1? Artemis 1 ਕੀ ਹੈ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ A। एक टेस्ट फ्लाइट है जिहड़ी रीसेंटली लॉन्च करके देखी सी स्पेस क्राफ्ट दी।
ਸੋ ਆਰਟੇਮਿਸ ਕੱਲਾ ਕੀ ਹੈ? ਉਰੇ ਤਾਂ ਆਪਾਂ ਨੇ ਗੱਲ ਕਰ ਲਈ ਆਰਟੇਮਿਸ 1 ਦੀ। ਆਰਟੇਮਿਸ ਕੱਲਾ ਇੱਕ ਨਾਸਾ ਦਾ ਪ੍ਰੋਗਰਾਮ ਆ ਜਿਹਦੇ ਥਰੂ ਐਸਟਰੋਨੌਟਸ ਨੂੰ ਲੂਨਰ ਸਰਫੇਸ ਤੱਕ ਪਹੁੰਚਾਇਆ ਜਾਂਦਾ ਹੈ। ਸੋ ਆਰਟੇਮਿਸ 1 ਇਸੇ ਪ੍ਰੋਗਰਾਮ ਦਾ ਹੀ ਇੱਕ ਪਾਰਟ ਹੈ ਜਿਹਦੇ ਅੰਦਰ ਬਿਨਾਂ ਕਰੂ ਤੋਂ ਜਿਹੜੀ ਓਰੀਅਨ ਸਪੇਸਕ੍ਰਾਫਟ ਹੈ ਤੇ SLS ਰੌਕਟ ਹੈ ਇਹਨਾਂ ਨੂੰ ਟੈਸਟ ਫਲਾਈਟ ਕਰਕੇ ਦੇਖਿਆ ਗਿਆ। ਸੋ ਜਿਹੜਾ ਆਰਟੇਮਿਸ ਪ੍ਰੋਗਰਾਮ ਹੈ ਇਹਦਾ ਮੇਨ ਮਕਸਦ ਕੀ ਹੈ? ਸੋ ਨਾਸਾ ਨੇ ਇਹਨੂੰ ਲਾਂਚ ਕੀਤਾ ਕਿ 2024 ਤੱਕ ਮੂਨ ਦੇ ਉੱਤੇ ਲੈਂਡ ਕਰਨਾ ਹੈ ਤੇ ਮੂਨ ਦੀ ਜਿਹੜੀ ਲੂਨਰ ਐਕਸਪਲੋਰੇਸ਼ਨ ਹੈ ਉਹ ਸਾਰੇ ਪ੍ਰੋਗਰਾਮਸ ਨੂੰ 2030 ਤੱਕ ਖਤਮ ਕਰਨਾ ਹੈ। ਸੋ ਬੇਸਿਕਲੀ ਇਹ ਲੂਨਰ ਐਕਸਪਲੋਰੇਸ਼ਨ ਨੂੰ ਹੀ ਲੈ ਕੇ ਜਿਹੜਾ ਇਹ ਪੂਰਾ ਦਾ ਪੂਰਾ ਪ੍ਰੋਗਰਾਮ ਆ ਉਹ ਤਿਆਰ ਕੀਤਾ ਗਿਆ। ਸੋ ਆਪਾਂ ਨੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਯਾਦ ਰੱਖਣੀ ਹੈ ਉਹ ਇਸ ਆਰਗੇਨਾਈਜੇਸ਼ਨ ਦਾ ਨਾਮ ਯਾਦ ਰੱਖਣਾ ਹੈ ਕਿ ਆਰਟੇਮਿਸ ਇੱਕ ਨਾਸਾ ਦਾ ਪ੍ਰੋਗਰਾਮ ਹੈ। So seventh is, which of the following has become first continent in the world to complete collection of digital land use data? ਕਹਿੰਦੇ ਜਿਹੜਾ digitally ਪੂਰੀ ਦੀ ਪੂਰੀ land use ਦਾ data ਹੈ ਉਹ ਕਿਹੜਾ ਇਹ ਜਿਹਾ ਪਹਿਲਾ ਦੁਨੀਆ ਦਾ continent ਬਣਿਆ ਪੂਰੀ ਧਰਤੀ ਦਾ ਪੂਰੇ world ਦਾ ਜਿਹਨੇ ਉਹ ਪੂਰੇ data collection ਨੂੰ complete ਕਰ ਲਿਆ ਪਹਿਲੇ ਨੰਬਰ ਤੇ। ਸੋ ਉਹ continent ਹੈ ਅਫਰੀਕਾ। ਸੋ option B is the right answer. Africa has become the first continent in the world to complete collection of accurate, sahi, comprehensive, harmonized digital land use data under African Open Deal Initiative. So Africa ਦੀ ਜਿਹੜੀ Deal Initiative ਹੈ ਇੱਕ ਪ੍ਰੋਗਰਾਮ ਲਾਂਚ ਕੀਤਾ ਜਿਹਦੇ ਅੰਦਰ ਇਹ ਸਾਰੇ ਜਿਹੜੀ digital land use data ਹੈ ਉਹਦਾ ਕੰਮ ਪੂਰਾ ਕੀਤਾ ਗਿਆ। ਸੋ ਤੁਹਾਨੂੰ ਡੀਲ ਦੀ ਐਗਜ਼ਾਮ ਦੇ ਲਈ ਫੁੱਲ ਫਾਰਮ ਯਾਦ ਹੋਣੀ ਚਾਹੀਦੀ ਹੈ। ਸੋ ਡੀਲ ਦਾ ਮਤਲਬ ਹੈ Data for Environment, Agriculture and Land Initiative. So ਇਹ ਤੁਸੀਂ ਯਾਦ ਰੱਖਣਾ। So next ਹੈ ਕਿ ਸੰਜੇ ਗਾਂਧੀ ਨੈਸ਼ਨਲ ਪਾਰਕ ਕਿੱਥੇ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ environment subject ਚੋਂ। So ਸੰਜੇ ਗਾਂਧੀ ਨੈਸ਼ਨਲ ਪਾਰਕ ਹੈ ਮਹਾਰਾਸ਼ਟਰ ਸਟੇਟ ਦੇ ਵਿੱਚ। ਸੋ ਕਹਿੰਦੇ ਰੀਸੈਂਟਲੀ ਮਹਾਰਾਸ਼ਟਰ ਦੇ ਵਿੱਚ ਮੌਨਸੂਨ ਕਰਕੇ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ, ਬਹੁਤ ਮੀਂਹ ਪਏ ਨੇ, ਫਲੱਡਸ ਵਾਲਾ ਮਾਹੌਲ ਹੋ ਗਿਆ ਸੀ। ਸੋ ਜਿਹੜੀ ਦਹਿਸਰ ਰਿਵਰ ਹੈ ਉਹਦਾ ਪਾਣੀ ਸੰਜੇ ਗਾਂਧੀ ਨੈਸ਼ਨਲ ਪਾਰਕ ਤੱਕ ਪਹੁੰਚ ਗਿਆ। ਸੋ ਉੱਥੇ ਕੀ ਹੋਇਆ? ਬਹੁਤ ਤੇਜ਼ ਮੀਂਹ ਪੈਣ ਲੱਗ ਗਿਆ ਤੇ ਉਹ ਮੀਂਹ ਦੇ ਨਾਲ ਜਿਹੜਾ ਵੀ ਪੂਰਾ ਦਾ ਪੂਰਾ ਇਨਫਰਾਸਟ੍ਰਕਚਰ ਸੀ ਸੰਜੇ ਗਾਂਧੀ ਨੈਸ਼ਨਲ ਪਾਰਕ ਦਾ ਉਹ ਪੂਰਾ ਖਰਾਬ ਹੋ ਗਿਆ ਸੀ। ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਬੈਂਚ ਵਗੈਰਾ ਨੇ ਉਹ ਵੀ ਸਾਰੇ ਡਿਟੀਰੀਓਰੇਟ ਹੋ ਗਏ। ਸੋ ਜਿਹੜੇ ਕੁਆਟਰ ਨੇ ਉੱਥੋਂ ਦੇ ਲੋਕਾਂ ਦੇ, ਆਫੀਸਰਸ ਦੇ, ਫੋਰੈਸਟ ਆਫੀਸਰਸ ਦੇ, ਸਾਰੇ ਸਟਾਫ ਕੁਆਟਰਸ ਦੇ ਜਿਹੜੇ ਪੂਰੇ ਦੇ ਪੂਰੇ ਘਰ ਨੇ ਉਹ ਵੀ ਵਾਸ਼ਡ ਵੇ ਹੋ ਗਏ ਸੀ ਪਾਣੀ ਦੇ ਨਾਲ। ਸੋ ਸੰਜੇ ਗਾਂਧੀ ਨੈਸ਼ਨਲ ਪਾਰਕ ਇਹ ਮਹਾਰਾਸ਼ਟਰ ਦੇ ਵਿੱਚ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਤੇ ਐਗਜ਼ਾਮੀਨਰਸ ਦਾ ਇਹ ਵਨ ਆਫ ਦੀ ਮੋਸਟ ਫੇਵਰਿਟ ਕੁਐਸਚਨ ਹੈ ਵੈਨ ਇਟ ਕਮਸ ਟੂ ਨੈਸ਼ਨਲ ਪਾਰਕ। ਸੋ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਸਾਰੇ ਸਟੇਟਸ ਤੇ ਉਹਨਾਂ ਦੇ ਬੇਸਿਕਲੀ ਕਿ ਕਿਉਂ ਇਹ ਕਰੰਟ ਅਫੇਅਰ ਦੇ ਵਿੱਚ ਰਹਿ ਰਹੇ ਆ। ਸੋ 9th ਹੈ ਹੁਣ ਆਪਣਾ ਸੰਵਿਧਾਨ ਕਨਸਟੀਟਿਊਸ਼ਨ ਦੇ ਨਾਲ। ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਤੇ ਇਹਨੂੰ ਆਉਣ ਦੇ ਵੀ 100% ਚਾਂਸ ਨੇ। ਸੋ ਕਹਿੰਦੇ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ ਜਿਹਦੇ ਨਾਲ ਕੋਆਪਰੇਟਿਵ ਸੁਸਾਇਟੀਜ਼ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਚੈਪਟਰ ਹੈ ਉਹਨੂੰ ਕਨਸਟੀਟਿਊਸ਼ਨ ਦੇ ਵਿੱਚ ਲਿਆਂਦਾ ਗਿਆ। ਸੋ ਇਹ ਹੈ ਆਪਸ਼ਨ C 97th ਕਨਸਟੀਟਿਊਸ਼ਨਲ ਅਮੈਂਡਮੈਂਟ। ਸੋ ਰੀਸੈਂਟਲੀ ਸੁਪਰੀਮ ਕੋਰਟ ਨੇ 2-1 ਦੀ ਮੈਜੋਰਿਟੀ ਦੇ ਨਾਲ ਜਿਹੜੀ ਇਹ 97th ਅਮੈਂਡਮੈਂਟ ਹੈ ਜਿਹੜੀ ਕੋਆਪਰੇਟਿਵ ਸੁਸਾਇਟੀ ਨਾਲ ਰਿਲੇਟਡ ਹੈ ਇਹਦੇ ਵਿੱਚੋਂ ਇੱਕ ਪਾਰਟ ਨੂੰ ਡਿਲੀਟ ਕਰਤਾ। ਸੋ ਉਹ ਪਾਰਟ ਹੈ ਰਿਲੇਟਡ ਟੂ ਵਰਕਿੰਗ ਆਫ ਕੋਆਪਰੇਟਿਵ ਸੁਸਾਇਟੀਜ਼। ਸੋ ਇਹ ਜਿਹੜੀ ਅਮੈਂਡਮੈਂਟ ਹੈ ਇਹ ਪਾਰਲੀਮੈਂਟ ਨੇ ਦਸੰਬਰ 2011 ਚ ਪਾਸ ਕੀਤੀ ਸੀ ਤੇ ਇਹ ਲਾਗੂ ਕਦੋਂ ਹੋਈ, ਇਫੈਕਟ ਚ ਕਦੋਂ ਆਈ? 15 ਫਰਵਰੀ 2021 ਤੋਂ। ਸੋ ਜਿਹੜੀ ਇਹ 97th ਅਮੈਂਡਮੈਂਟ ਹੈ ਇਹਨੇ ਕੀ ਕੀਤਾ? ਨੰਬਰ 1 ਤੇ ਜਿਹੜਾ ਆਪਣਾ ਆਰਟੀਕਲ 19(1)C ਹੈ ਉਹਨੂੰ ਅਮੈਂਡ ਕੀਤਾ। ਫਿਰ ਇਹਨੇ ਨਵੇਂ 2 ਆਰਟੀਕਲਸ ਇੱਕ ਪਾਰਟ ਤੇ ਇੱਕ ਆਰਟੀਕਲ ਇਨਸਰਟ ਕੀਤਾ 43B ਤੇ 9B। ਜਿਹੜਾ 43B ਕੁਐਸਚਨ ਹੈ ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਲਰੇਡੀ ਆ ਚੁੱਕਿਆ ਹੈ। ਤੁਹਾਨੂੰ ਇਹ ਟਿਪਸ ਤੇ ਹੋਣਾ ਚਾਹੀਦਾ ਹੈ ਵੀ ਕਿਹੜੀ ਅਮੈਂਡਮੈਂਟ ਦੇ ਨਾਲ ਕਿਹੜੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਸੰਵਿਧਾਨ ਦੇ ਵਿੱਚ ਇਨਸਰਟ ਕੀਤੀਆਂ ਜਾਂਦੀਆਂ ਨੇ। ਸੋ ਫਿਰ ਆਉਂਦਾ what is dairy investment accelerator? ਸੋ dairy investment accelerator ਕੀ ਹੈ? ਇਹ ਦੁੱਧ ਦੀ ਜਿਹੜੀ ਮਿਲਾਵਟ ਹੈ ਉਹਨੂੰ ਮਾਪਦਾ ਹੈ,
ਇਹ ਇਨਵੈਸਟਮੈਂਟ ਨੂੰ ਫੈਸਿਲਿਟੇਟ ਕਰਦਾ ਹੈ, ਡੇਰੀ ਇੰਡਸਟਰੀ ਨੂੰ ਪ੍ਰਮੋਟ ਕਰਦਾ ਹੈ। ਸੋ ਆਪਸ਼ਨ ਡੀ ਹੈ ਬੋਥ ਬੀ ਐਂਡ ਸੀ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ। ਸੋ ਇਹ ਦੋਨੋਂ ਚੀਜ਼ਾਂ ਹੀ ਏਮ ਹੈ ਡੇਰੀ ਇਨਵੈਸਟਮੈਂਟ ਐਕਸੈਲਰੇਟਰ ਦੀਆਂ। ਸੋ ਜਿਹੜਾ ਇਹ ਡੇਰੀ ਇਨਵੈਸਟਮੈਂਟ ਐਕਸੈਲਰੇਟਰ ਹੈ, ਇਹਨੂੰ ਭਾਰਤ ਸਰਕਾਰ ਦਾ ਜਿਹੜਾ ਐਨੀਮਲ ਹਸਬੈਂਡਰੀ ਤੇ ਡੇਅਰਿੰਗ ਦਾ ਡਿਪਾਰਟਮੈਂਟ ਹੈ ਉਹਦੇ ਦੁਆਰਾ ਸੈਟਅਪ ਕੀਤਾ ਗਿਆ ਅੰਡਰ ਇਟਸ ਇਨਵੈਸਟਮੈਂਟ ਫੈਸਿਲਿਟੇਸ਼ਨ ਸੈੱਲ। ਤੇ ਮੇਨ ਇਹਦਾ ਏਮ ਹੈ ਕਿ ਡੇਰੀ ਸੈਕਟਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਲਗਾਇਆ ਜਾਵੇ, ਇਨਵੈਸਟਮੈਂਟ ਕੀਤੀ ਜਾਵੇ, ਉਹਦੀ ਪ੍ਰਮੋਸ਼ਨ ਹੋਵੇ। ਨਾਲ ਹੀ ਕਹਿੰਦੇ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਊਗਾ, ਜਿਹੜੇ ਇਨਵੈਸਟਰਸ ਨੇ ਜਿਹੜੇ ਪੈਸਾ ਲਗਾਉਂਦੇ ਨੇ ਡੇਰੀ ਫਾਰਮਿੰਗ ਦੇ ਵਿੱਚ, ਕਿ ਕਿਵੇਂ ਤੁਸੀਂ ਜਿਹੜਾ ਐਨੀਮਲ ਹਸਬੈਂਡਰੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਹੈ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਓ, ਜਿਹਦੇ ਨਾਲ ਡੇਰੀ ਫਾਰਮਿੰਗ ਤੋਂ ਇਲਾਵਾ ਡੇਰੀ ਸੈਕਟਰ ਤੋਂ ਇਲਾਵਾ ਆਪਾਂ ਐਨੀਮਲ ਹਸਬੈਂਡਰੀ ਸੈਕਟਰ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰ ਸਕੀਏ। ਸੋ ਇਹ ਸੀ ਆਪਣੇ ਅੱਜ ਦੇ ਇੰਪੋਰਟੈਂਟ ਕਰੰਟ ਅਫੇਅਰਸ। ਨਾਓ ਇਟਸ ਟਾਈਮ ਟੂ ਰਿਵਾਈਜ਼ few important current affairs from our previous lectures. So first is, in which state Surajkund International Crafts Mela is being organized? So ਇਹ world level ਦਾ ਬਹੁਤ famous ਜਿਹੜਾ craft ਮੇਲਾ ਹੈ, fair ਹੈ, ਇਹ ਕਿੱਥੇ ਕਰਵਾਇਆ ਜਾਂਦਾ ਹੈ? ਸੋ ਇਹ ਕਰਵਾਇਆ ਜਾਂਦਾ ਹੈ ਹਰਿਆਣੇ ਦੇ ਵਿੱਚ, ਫਰੀਦਾਬਾਦ। ਸੋ ਨੈਕਸਟ ਹੈ ਬਗਦਾਦੀ ਗੇਟ ਆਪਣੇ ਪੰਜਾਬ ਦੀ ਕਿਹੜੀ ਸਿਟੀ ਦੇ ਵਿੱਚ ਹੈ? ਸੋ ਇਹ ਹੈ ਫਿਰੋਜ਼ਪੁਰ ਸ਼ਹਿਰ ਦੇ ਵਿੱਚ। ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਫਿਰੋਜ਼ਪੁਰ ਦੇ ਵਿੱਚ ਟੋਟਲ 10 ਹਿਸਟੋਰੀਕਲ ਗੇਟਸ ਦੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ, ਜਿਹਦੇ ਵਿੱਚੋਂ 3 ਗੇਟ ਦਿੱਲੀ ਗੇਟ, ਮੁਲਤਾਨੀ ਗੇਟ, ਬਗਦਾਦੀ ਗੇਟ, ਇਹਨਾਂ ਦੀ ਜਿਹੜੀ ਰੈਨੋਵੇਸ਼ਨ ਹੈ ਉਹਦਾ ਕੰਮ ਹੋ ਚੁੱਕਿਆ। ਬਾਕੀ 7 ਗੇਟਸ ਦਾ ਵੀ ਜਲਦੀ ਕੰਮ ਕੰਪਲੀਟ ਹੋ ਜਾਊਗਾ। ਸੋ ਥਰਡ ਹੈ how many teachers will be given training under school innovation ambassador training program? ਸੋ ਜਿਹੜਾ ਭਾਰਤ ਸਰਕਾਰ ਦੇ ਦੁਆਰਾ ਇੱਕ ਟੀਚਰਸ ਦੀ ਟ੍ਰੇਨਿੰਗ ਦੇ ਲਈ, ਉਹਨਾਂ ਨੂੰ ਡਿਜੀਟਲੀ ਜ਼ਿਆਦਾ ਅਵੇਅਰ ਕਰਨ ਦੇ ਲਈ, ਡਿਜੀਟਾਈਜੇਸ਼ਨ ਬਾਰੇ ਦੱਸਣ ਦੇ ਲਈ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਸੋ ਟੋਟਲ ਇਹਦੇ ਵਿੱਚ ਕਿੰਨੇ ਟੀਚਰ ਰਹਿਣਗੇ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਊ? ਸੋ ਉਹ ਹੋਣਗੇ 50,000। ਸੋ ਫੋਰਥ ਇਜ਼, ਜਿਹੜੀ ਸੈਂਟਰ ਦੀ ਇੰਡੀਅਨ ਗਵਰਨਮੈਂਟ ਦੀ ਉਡਾਨ ਸਕੀਮ ਹੈ ਉਹ ਕਿਹੜੇ ਸਾਲ ਦੇ ਵਿੱਚ ਲਾਂਚ ਹੋਈ? ਸੋ ਉਡਾਨ ਦੀ ਫੁੱਲ ਫਾਰਮ ਕੀ ਹੈ? ਉੜੇ ਦੇਸ਼ ਕਾ ਆਮ ਨਾਗਰਿਕ। ਬੇਸਿਕਲੀ ਇਹਦਾ ਸਕੀਮ ਦਾ ਮਤਲਬ ਹੈ ਕਿ ਕੋਈ ਵੀ ਜਿਹੜਾ ਨਾਰਮਲ ਪੈਸੇਂਜਰ ਹੈ, ਕੋਈ ਮਿਡਲ ਕਲਾਸ ਪੂਅਰ ਕੈਟੇਗਰੀ ਦੇ ਲੋਕ ਨੇ, ਜਾਂ ਫਿਰ ਜਿਹੜੇ ਰਿਮੋਟ ਏਰੀਆਜ਼ ਨੇ ਜਿੱਥੇ ਕੋਈ ਟਰੈਵਲਿੰਗ ਦਾ ਸਾਧਨ ਨਹੀਂ, ਉਹ ਏਰੀਆਜ਼ ਦੇ ਨਾਲ ਲੋਕਾਂ ਨੂੰ ਸਹੀ, ਠੀਕ, ਰੀਜ਼ਨੇਬਲ ਰੇਟ ਦੇ ਉੱਤੇ ਜੋੜਿਆ ਜਾਵੇ। ਜਿਹੜੀ ਟਿਕਟ ਹੈ ਉਹਦਾ ਪ੍ਰਾਈਸ ਸਹੀ ਰੱਖਿਆ ਜਾਵੇ। ਸੋ ਇਹੀ ਮੇਨ ਮਕਸਦ ਹੈ ਉਡਾਨ ਸਕੀਮ ਦਾ। ਤੇ ਰੀਸੈਂਟਲੀ ਨਿਊਜ਼ 'ਚ ਆਇਆ ਕਿ ਜਿਹੜੀ ਇੰਡੀਆ ਦੀ ਗਵਰਨਮੈਂਟ ਹੈ ਇਹਦਾ ਫਾਇਦਾ ਸਿਰਫ ਔਰ ਸਿਰਫ ਹਜੇ ਤੱਕ 50% ਲੋਕਾਂ ਨੂੰ ਹੀ ਮਿਲ ਰਿਹਾ। ਮਤਲਬ ਇਹ ਸਿਰਫ 50% ਹੀ ਸਕੀਮ ਆਪਰੇਸ਼ਨਲਾਈਜ਼ ਕੀਤੀ ਗਈ ਹੈ, ਪੂਰੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਲਾਗੂ ਨਹੀਂ ਕੀਤਾ ਗਿਆ ਹਜੇ ਤੱਕ। ਸੋ ਇਹ ਲਾਂਚ ਕੀਤੀ ਗਈ ਸੀ ਜੂਨ 2016 ਦੇ ਵਿੱਚ। ਦੈਨ ਲਾਸਟ ਆਪਣਾ ਅੱਜ ਦਾ ਰਿਵੀਜ਼ਨ ਸੀਰੀਜ਼ ਦਾ MCQ ਹੈ, ਇੰਡੀਅਨ ਫੋਟੋ ਜਰਨਲਿਸਟ ਦਾਨਿਸ਼ ਸਿੱਦੀਕੀ has been killed in which country recently? ਸੋ ਇਹ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਆਇਆ। ਇੰਡੀਆ ਦੇ ਇੱਕ ਫੋਟੋ ਜਰਨਲਿਸਟ ਨੇ ਦਾਨਿਸ਼ ਸਿੱਦੀਕੀ, ਇਹ ਇੱਕ ਮਿਸ਼ਨ ਤੇ ਗਏ ਸੀ ਇੱਕ ਕੰਟਰੀ ਦੇ ਵਿੱਚ ਇੰਡੀਆ ਦੁਆਰਾ, ਇੱਕ ਨਿਊਜ਼ ਏਜੰਸੀ ਦੁਆਰਾ। ਸੋ ਉਹਨਾਂ ਦੀ ਉੱਥੇ ਡੈਥ ਹੋ ਗਈ। ਸੋ ਇਹ ਕਿਹੜੀ ਕੰਟਰੀ ਵਿੱਚ ਗਏ ਸੀ? ਇਹ ਗਏ ਸੀ ਅਫਗਾਨਿਸਤਾਨ ਦੇ ਵਿੱਚ। ਇੱਕ ਹੋਰ ਇੰਪੋਰਟੈਂਟ ਫੈਕਟ ਹੈ ਦਾਨਿਸ਼ ਸਿੱਦੀਕੀ ਨੂੰ ਲੈ ਕੇ ਕਿ 2018 ਵਿੱਚ ਇਹਨਾਂ ਨੂੰ ਜਿਹੜਾ ਜਰਨਲਿਜ਼ਮ ਦਾ ਸਭ ਤੋਂ ਵੱਡਾ ਅਵਾਰਡ ਹੁੰਦਾ ਹੈ ਪੁਲਿਟਜ਼ਰ ਪ੍ਰਾਈਜ਼, ਉਹ ਮਿਲਿਆ ਸੀ। ਸੋ ਉਹ ਇਹਨਾਂ ਨੂੰ ਮਿਲਿਆ ਸੀ ਜਿਹੜੇ ਰੋਹਿੰਗਿਆ ਰਿਫਿਊਜੀਜ਼ ਨੇ ਮਿਆਂਮਾਰ ਦੇ ਵਿੱਚ, ਉਹਨਾਂ ਬਾਰੇ ਇਹਨਾਂ ਨੇ ਇੱਕ ਬਹੁਤ ਵਧੀਆ ਪੂਰੀ ਡੀਟੇਲਡ ਡਾਕੂਮੈਂਟਰੀ ਤਿਆਰ ਕੀਤੀ ਸੀ। ਸੋ ਉਹ ਡਾਕੂਮੈਂਟਰੀ ਬਣਾਉਣ ਦੇ ਲਈ ਇਹਨਾਂ ਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਸੀ 2018 ਦੇ ਵਿੱਚ। ਸੋ ਇਹ ਸੀ ਆਪਣੇ ਅੱਜ ਦੀ ਕਰੰਟ ਅਫੇਅਰਸ ਸੈਸ਼ਨ। I hope you like the video. Please keep supporting our Race Academy official's YouTube platform. Subscribe it, share it with your friends and family. Thank you and good luck.